ਨੈਕਸਟ ਟੌਪਿਕ ਆਪਾਂ ਸਟਾਰਟ ਕਰਨ ਲੱਗੇ ਹਾਂ ਕੰਡੀਸ਼ਨਸ ਫॉर ਕਰੰਟ ਫਲੋ ਇਨ ਇਲੈਕਟ੍ਰਿਕ ਸਰਕਿਟ। ਵੀ ਕੋਈ ਵੀ ਇਲੈਕਟ੍ਰਿਕ ਸਰਕਿਟ ਦੇ ਵਿੱਚ ਕਦੋਂ ਜਿਹੜਾ ਕਰੰਟ ਆ ਉਹ ਫਲੋ ਕਰ ਸਕਦਾ ਹੈ। ਠੀਕ ਹੈ, ਕੀ ਕੁਛ ਕੰਡੀਸ਼ਨਸ ਹੈ ਵੀ ਇਹ ਸਾਰਾ ਕੁਝ ਹੋਣਾ ਚਾਹੀਦਾ ਸਰਕਿਟ ਦੇ ਵਿੱਚ ਤਾਂ ਹੀ ਕਰੰਟ ਫਲੋ ਕਰੂਗਾ। ਠੀਕ ਹੈ, ਕੁਛ ਕੁ ਕੰਡੀਸ਼ਨਸ ਹੈ, ਵਨ ਬਾਏ ਵਨ ਆਪਾਂ ਰੀਡ ਕਰਦੇ ਹਾਂ। ਦ ਇਲੈਕਟ੍ਰਿਕ ਸਰਕਿਟ ਸ਼ੁੱਡ ਬੀ ਕੰਪਲੀਟ। ਜਿਹੜਾ ਵੀ ਆਪਾਂ ਇਲੈਕਟ੍ਰਿਕ ਸਰਕਿਟ ਲੈ ਰਹੇ ਹਾਂ ਉਹ ਕੰਪਲੀਟ ਹੋਣਾ ਚਾਹੀਦਾ ਹੈ। ਕੰਪਲੀਟ ਮੀਨਸ ਕਿ ਉਹਦੇ ਵਿੱਚ ਪ੍ਰੋਪਰ ਸੈੱਲ ਜਾਂ ਬੈਟਰੀ ਹੋਣੀ ਚਾਹੀਦੀ ਹੈ, ਸਵਿਚ ਹੋਣੀ ਚਾਹੀਦੀ ਹੈ, ਵਾਇਰਸ ਲੱਗੀ ਹੋਣੀ ਚਾਹੀਦੀ ਹੈ, ਅਤੇ ਕੋਈ ਨਾ ਕੋਈ ਕੰਡਕਟਰ ਮਤਲਬ ਬਲਬ ਵਗੈਰਾ ਜਿਹਨੂੰ ਵੀ ਗਲੋ ਕਰਵਾਉਣਾ ਹੈ ਉਹ ਲੱਗਾ ਹੋਣਾ ਚਾਹੀਦਾ ਹੈ। ਸਰਕਿਟ ਕੰਪਲੀਟ ਹੋਣਾ ਚਾਹੀਦਾ ਹੈ। ਠੀਕ ਹੈ, ਦ ਸਵਿਚ ਔਰ ਕੀ ਸ਼ੁੱਡ ਬੀ ਇਨ ਔਨ ਮੋਡ। ਜਿਹੜਾ ਸਵਿਚ ਜਾਂ ਆਪਾਂ ਕੀ ਲਗਾ ਰਹੇ ਹਾਂ ਉਹ ਹਮੇਸ਼ਾ ਔਨ ਹੋਣਾ ਚਾਹੀਦਾ ਹੈ। ਇਹ ਤਾਂ ਓਬਵੀਅਸ ਜੇ ਆਪਣੀ ਸਵਿਚ ਔਨ ਹੋਊਗੀ ਤਾਂ ਹੀ ਸਰਕਿਟ ਕੰਪਲੀਟ ਹੋਊਗਾ, ਅਦਰਵਾਈਜ਼ ਇੱਥੇ ਆ ਕੇ ਸਰਕਿਟ ਰੁਕ ਜਾਣਾ। ਠੀਕ ਹੈ, ਈਚ ਪਾਰਟ ਆਫ ਸਰਕਿਟ ਸ਼ੁੱਡ ਬੀ ਅ ਕੰਡਕਟਰ। ਜਿਹੜਾ ਵੀ ਪਾਰਟ ਆਪਾਂ ਲੈ ਰਹੇ ਹਾਂ ਇਸ ਪੂਰੇ ਸਰਕਿਟ ਦਾ, ਭਲਾ ਵਾਇਰਸ ਹੈ ਭਲਾ ਬੈਟਰੀ ਹੈ, ਜੋ ਵੀ ਪਾਰਟ ਲੈ ਰਹੇ ਹੋ ਹਮੇਸ਼ਾ ਕੰਡਕਟਰ ਹੋਣਾ ਚਾਹੀਦਾ। ਕੰਡਕਟਰ ਮੀਨਸ ਉਹਦੇ ਵਿੱਚੋਂ ਕਰੰਟ ਈਜ਼ੀਲੀ ਪਾਸ ਹੋ ਜੇ। ਇੱਦਾਂ ਨਹੀਂ ਹੈ ਕਿ ਇੱਥੇ ਵੁੱਡ ਲਗਾ ਦਿਓ, ਜੇ ਵੁੱਡ ਲਗਾਤੀ ਇੱਥੇ ਕਰੰਟ ਰੁਕ ਜਾਣਾ ਅਤੇ ਕੋਈ ਬੱਲਬ ਨਹੀਂ ਗਲੋ ਕਰਨਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਡਾਇਰੈਕਸ਼ਨ ਆਫ ਕਰੰਟ ਫਲੋ ਇਨ ਇਲੈਕਟ੍ਰਿਕ ਸਰਕਿਟ। ਵੀ ਕਿਹੜੀ ਸਾਈਡ ਤੋਂ ਕਿਹੜੀ ਸਾਈਡ ਜਿਹੜਾ ਕਰੰਟ ਕੀ ਹੈ ਫਲੋ ਕਰਦਾ ਹੈ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਕੋਈ ਵੀ ਕੰਡਕਟਰ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੁੰਦੇ ਆ ਉਹ ਨੈਗੇਟਿਵ ਟੂ ਪੋਜ਼ੀਟਿਵ ਜਾਂਦੇ ਆ, ਨੈਗੇਟਿਵ ਟਰਮੀਨਲ ਟੂ ਪੋਜ਼ੀਟਿਵ ਟਰਮੀਨਲ ਜਾਂਦੇ ਆ, ਅਤੇ ਜਿਹੜਾ ਕਰੰਟ ਫਲੋ ਹੁੰਦਾ ਉਹ ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ 'ਚ ਹੁੰਦਾ। ਆਪੋਜ਼ਿਟ ਡਾਇਰੈਕਸ਼ਨ ਮਤਲਬ ਫਰਮ ਪੋਜ਼ੀਟਿਵ ਟਰਮੀਨਲ ਟੂ ਦਾ ਨੈਗੇਟਿਵ ਟਰਮੀਨਲ ਆਫ ਦਾ ਬੈਟਰੀ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਡਰਾਇੰਗ ਅ ਸਰਕਿਟ ਡਾਇਗਰਾਮ। ਵੀ ਆਪਾਂ ਕਿਵੇਂ ਇੱਕ ਸਰਕਿਟ ਡਾਇਗਰਾਮ ਨੂੰ ਡਰਾ ਕਰ ਸਕਦੇ ਹਾਂ। ਡਰਾ ਦ ਸਿੰਬਲਸ ਆਫ ਦ ਇਲੈਕਟ੍ਰੀਕਲ ਕੰਪੋਨੈਂਟਸ ਰਿਕੁਆਇਰਡ ਫॉर ਦ ਸਰਕਿਟ। ਫॉर ਐਗਜ਼ਾਮਪਲ ਮੈਂ ਇੱਕ ਸਰਕਿਟ ਦੇ ਵਿੱਚ ਨੂੰ ਕੀ ਹੈ ਬਲਬ ਨੂੰ ਗਲੋ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਇੱਕ ਸਿੰਬਲ ਬਣਾ ਲਓ ਬਲਬ ਦਾ। ਠੀਕ ਹੈ, ਜੁਆਇਨ ਦੀਸ ਕੰਪੋਨੈਂਟਸ ਵਿਦ ਲਾਈਨ ਰਿਪਰਜੈਂਟਿੰਗ ਕਨੈਕਟਿੰਗ ਵਾਇਰ। ਇਹ ਜਿਹੜਾ ਆਪਣੇ ਕੋਲ ਚੀਜ਼ ਹੈ ਇਹਨੂੰ ਇੱਦਾਂ ਲਾਈਨਸ ਨਾਲ ਆਪਾਂ ਜੁਆਇਨ ਕਰਨਾ ਹੈ। ਇਹ ਜਿਹੜੇ ਲਾਈਨਸ ਹੈ ਇਹ ਐਜ਼ ਅ ਕਨੈਕਟਿੰਗ ਵਾਇਰ ਯੂਜ਼ ਕਰ ਰਹੇ ਹਾਂ ਆਪਾਂ। ਠੀਕ ਹੈ, ਲਾਈਨਸ ਮੀਨਸ ਕਨੈਕਟਿੰਗ ਵਾਇਰ। ਦ ਕਨੈਕਟਿੰਗ ਵਾਇਰ ਸ਼ੁੱਡ ਨਾਟ ਬੀ ਸ਼ੋਨ ਇਨ ਦ ਕ੍ਰੋਸਿੰਗ ਮੋਡ। ਇੱਦਾਂ ਨਹੀਂ ਹੈ ਕਿ ਵਾਇਰਸ ਨੂੰ ਇੱਦਾਂ ਸ਼ੋਅ ਕਰ ਦਿਓ, ਇੱਦਾਂ ਕਰਕੇ ਇਹ ਚੀਜ਼ ਗਲਤ ਹੈ। ਜਿਹੜੀ ਲਾਈਨ ਆ ਹਮੇਸ਼ਾ ਕੰਟੀਨਿਊਸ ਸਿੱਧੀ ਹੋਣੀ ਚਾਹੀਦੀ ਹੈ। ਮਾਰਕ ਦਾ ਪੋਜ਼ੀਟਿਵ ਐਂਡ ਨੈਗੇਟਿਵ ਟਰਮੀਨਲ ਆਫ ਸੈੱਲ। ਜੇ ਸੈੱਲ ਜਾਂ ਬੈਟਰੀ ਲਾਵਾਂਗੇ ਸੋਰਸ ਆਫ ਕਰੰਟ ਤਾਂ ਹੀ ਆਪਣੀ ਬੱਲਬ ਗਲੋ ਕਰੂਗਾ। ਠੀਕ ਹੈ, ਤਾਂ ਵੱਡੀ ਲਾਈਨ ਹੁੰਦੀ ਹੈ ਪੋਜ਼ੀਟਿਵ, ਛੋਟੀ ਲਾਈਨ ਹੁੰਦੀ ਹੈ ਨੈਗੇਟਿਵ। ਤਾਂ ਜਦੋਂ ਆਪਣਾ ਕਰੰਟ ਫਲੋ ਕਰੂਗਾ ਪੋਜ਼ੀਟਿਵ ਟਰਮੀਨਲ ਟੂ ਨੈਗੇਟਿਵ ਟਰਮੀਨਲ ਤਾਂ ਬੱਲਬ ਕੀ ਹੈ ਗਲੋ ਕਰੂਗਾ। ਤਾਂ ਇਹ ਆਪਣੀ ਬਣ ਗਈ ਇੱਕ ਸਿੰਪਲ ਸਰਕਿਟ ਡਾਇਗਰਾਮ। ਠੀਕ ਹੈ, ਇਹ ਆਪਣੀ ਸਿੰਪਲ ਸਰਕਿਟ ਡਾਇਗਰਾਮ ਬਣ ਗਈ। ਕਲੀਅਰ, ਨੈਕਸਟ ਆ ਗਿਆ ਆਪਣੇ ਕੋਲ ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ ਇਫ ਦ ਸਵਿਚ ਹੈਜ਼ ਬੀਨ ਇਨ ਔਨ ਮੋਡ ਹੈਜ਼ ਸ਼ੋਨ ਇਨ ਔਨ ਮੋਡ। ਜਿਹੜੀ ਸਵਿਚ ਹੈ ਅਗਰ ਤਾਂ ਉਹ ਔਨ ਮੋਡ ਦੇ ਵਿੱਚ ਹੈ ਤਾਂ ਆਪਾਂ ਇੱਦਾਂ ਸ਼ੋਅ ਕਰਨੀ ਹੈ। ਜੇ ਔਨ ਹੈ ਇਹ ਸਵਿਚ ਕੀ ਹੈ ਔਨ ਹੈ, ਇਹ ਸਵਿਚ ਔਫ ਹੈ, ਇਹ ਵਾਲੀ ਸਵਿਚ ਇਹ ਸਵਿਚ ਔਫ ਮੋਡ 'ਚ ਹੈ। ਜੇ ਸਵਿਚ ਆਪਾਂ ਔਨ ਸ਼ੋਅ ਕਰਨੀ ਹੈ ਤਾਂ ਇੱਦਾਂ ਹੁੰਦੀ ਹੈ। ਬੱਲਬ ਲਗਾਤਾ ਕੋਈ ਵੀ ਗਲੋ ਕਰਨ ਨੂੰ, ਇੱਥੇ ਕੋਈ ਵੀ ਸੈੱਲ ਜਾਂ ਬੈਟਰੀ ਲਗਾਤੀ। ਜੇ ਮੈਂ ਸਵਿਚ ਨੂੰ ਔਨ ਮੋਡ 'ਚ ਵਿਖਾਉਣਾ ਹੈ ਤਾਂ ਔਨ ਇੱਦਾਂ ਹੁੰਦਾ, ਇੱਦਾਂ ਕਰਕੇ ਇਹ ਔਨ ਹੈ, ਸਰਕਿਟ ਕੰਪਲੀਟ ਹੋ ਰਿਹਾ ਇੱਥੇ। ਜੇ ਆਪਾਂ ਸਵਿਚ ਨੂੰ ਔਫ ਦਿਖਾਉਣਾ ਤਾਂ ਔਫ ਇੱਦਾਂ ਹੁੰਦੀ ਹੈ, ਮਤਲਬ ਸਰਕਿਟ ਦੇਖੋ ਤਾਂ ਬ੍ਰੇਕ ਹੋ ਗਿਆ, ਇਹ ਸਰਕਿਟ ਟੁੱਟ ਗਿਆ ਨਾ, ਤਾਂ ਇਹ ਸਵਿਚ ਔਫ ਮੋਡ 'ਚ ਹੈ। ਠੀਕ ਹੈ, ਕਹਿੰਦੇ ਜੇ ਤੁਹਾਡੀ ਜਿਹੜੀ ਸਵਿਚ ਹੈ ਉਹ ਔਨ ਮੋਡ ਵਿੱਚ ਹੈ ਤਾਂ ਡਾਇਰੈਕਸ਼ਨ ਵੀ ਸ਼ੋਅ ਕਰ ਦਿਓ। ਡਾਇਰੈਕਸ਼ਨ ਕਿੱਥੋਂ ਸ਼ੋਅ ਕਰਾਂਗੇ ਆਪਾਂ ਕਰੰਟ ਦੀ, ਫਰੋਮ ਪੋਜ਼ੀਟਿਵ ਟਰਮੀਨਲ ਟੂ ਦ ਨੈਗੇਟਿਵ ਟਰਮੀਨਲ। ਪੋਜ਼ੀਟਿਵ ਤੋਂ ਲੈ ਕੇ ਨੈਗੇਟਿਵ ਤੱਕ ਕਰੰਟ ਕੀ ਹੈ ਫਲੋ ਕਰੂਗਾ, ਉਹਨੂੰ ਐਰੋਜ਼ ਦੇ ਨਾਲ ਸ਼ੋਅ ਕਰ ਦਿਆ ਕਰੋ। ਕਲੀਅਰ, ਬਟ ਓਨਲੀ ਜਦੋਂ ਆਪਣੀ ਸਵਿਚ ਔਨ ਹੈ, ਜੇ ਸਵਿਚ ਔਫ ਹੈ ਤਾਂ ਕੋਈ ਐਰੋ ਨਹੀਂ ਸ਼ੋਅ ਹੋਊਗਾ। ਨੈਕਸਟ ਆ ਗਿਆ ਆਪਣੇ ਕੋਲ ਓਪਨ ਸਰਕਿਟ। ਓਪਨ ਸਰਕਿਟ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਣੀ ਸਵਿਚ ਓਪਨ ਹੈ, ਠੀਕ ਹੈ, ਆ ਸਰਕਿਟ ਵਿਦ ਅ ਓਪਨ ਸਵਿਚ। ਓਪਨ ਮੀਨਸ ਕਿ ਆਪਣੀ ਸਵਿਚ ਹਲੇ ਚੱਲਦੀ ਨਹੀਂ ਪਈ, ਸਵਿਚ ਬੰਦ ਹੈ ਹਲੇ ਆਪਣੀ, ਤਾਂ ਉਹਨੂੰ ਕਹਿੰਦੇ ਆ ਓਪਨ ਸਰਕਿਟ। ਓਪਨ ਸਰਕਿਟ ਨੂੰ ਇਨਕੰਪਲੀਟ ਸਰਕਿਟ ਵੀ ਕਹਿ ਸਕਦੇ ਹਾਂ, ਇਹ ਇਨਕੰਪਲੀਟ ਹੋਇਆ ਹੋਇਆ। ਠੀਕ ਹੈ, ਇਲੈਕਟ੍ਰਿਕ ਕਰੰਟ ਕੈਨ ਨਾਟ ਫਲੋ ਥਰੂ ਦਾ ਓਪਨ ਸਰਕਿਟ। ਉਹ ਤਾਂ ਪਤਾ ਹੀ ਜਦੋਂ ਹੁਣ ਆਪਣੀ ਸਵਿਚ ਪ੍ਰੋਪਰਲੀ ਬੰਦ ਨਹੀਂ ਗਈ, ਸਵਿਚ ਨੂੰ ਆਪਾਂ ਔਨ ਨਹੀਂ ਕੀਤਾ, ਸਵਿਚ ਨੂੰ ਔਨ ਨਹੀਂ ਕੀਤਾ ਤਾਂ ਕਰੰਟ ਫਲੋ ਨਹੀਂ ਕਰੂਗਾ ਓਪਨ ਸਰਕਿਟ ਦੇ ਵਿੱਚ। ਕਲੀਅਰ, ਕਲੋਜ਼ਡ ਸਰਕਿਟ ਕੀ ਹੁੰਦਾ ਹੈ, ਉੱਦਾਂ ਦਾ ਸਰਕਿਟ ਜਿਹਦੇ ਵਿੱਚ ਆ ਪੂਰੀ ਚੀਜ਼ ਕੇ ਕਲੋਜ਼ ਹੋਵੇ, ਇੱਦਾਂ ਸਵਿਚ ਔਨ ਹੋਵੇ। ਠੀਕ ਹੈ, ਇਹ ਵਾਲੀ ਐਗਜ਼ਾਮਪਲ ਹੈਗੀ ਹੈ ਕਲੋਜ਼ ਸਰਕਿਟ ਦੀ।
ਅ ਸਰਕਿਟ ਵਿਦ ਅ ਕਲੋਜ਼ਡ ਸਵਿਚ, ਜੋ ਸਵਿਚ ਚੱਲਦੀ ਪਈ ਹੈ ਉਹਨੂੰ ਆਪਾਂ ਕਹਿੰਦੇ ਹਾਂ ਕਲੋਜ਼ਡ ਸਵਿਚ, ਅਤੇ ਕਲੋਜ਼ਡ ਸਵਿਚ 'ਚੋਂ ਹਮੇਸ਼ਾ ਜਿਹੜਾ ਇਲੈਕਟ੍ਰੀਸਿਟੀ ਆ ਫਲੋ ਕਰੂਗੀ, ਉਹਨੂੰ ਆਪਾਂ ਐਰੋਜ਼ ਨਾਲ ਸ਼ੋਅ ਕਰ ਸਕਦੇ ਹਾਂ, ਠੀਕ ਹੈ, ਅਤੇ ਬੱਲਬ ਵੀ ਗਲੋ ਕਰੂਗਾ। ਨੈਕਸਟ ਆ ਗਿਆ ਆਪਣੇ ਕੋਲ, ਇਨ ਇਲੈਕਟ੍ਰਿਕ ਸਰਕਿਟ ਵੇਰੀਅਸ ਕੰਪੋਨੈਂਟਸ ਐਂਡ ਡਿਵਾਈਸਿਸ ਕੈਨ ਬੀ ਕਨੈਕਟਡ ਇਨ 2 ਡਿਫਰੈਂਟ ਵੇਜ਼। ਦੇਖੋ ਇਹ ਤਾਂ ਮੈਂ ਸਿਰਫ ਐਗਜ਼ਾਮਪਲ ਲੈ ਕੇ ਦਿਖਾ ਰਹੀ ਸੀ ਇੱਕ ਬੱਲਬ ਦੀ, ਕਿ ਇੱਕ ਬੱਲਬ ਲਿਆ, ਉਹਨੂੰ ਮੈਂ ਕੀ ਹੈ ਸੈੱਲ ਜਾਂ ਬੈਟਰੀ ਨੂੰ ਕਨੈਕਟ ਕੀਤਾ, ਇੱਥੇ ਸਵਿਚ ਲਗਾਈ ਅਤੇ ਇਨ ਬੱਲਬ ਨੂੰ ਮੈਂ ਚਲਾਤਾ, ਠੀਕ ਹੈ। ਇਹ ਸਿਰਫ ਸੀ ਇੱਕ ਅਪਲਾਇੰਸ ਦੀ। ਅਗਰ ਮੇਰੀ ਇਲੈਕਟ੍ਰਿਕ ਸਰਕਿਟ ਦੇ ਵਿੱਚ 2 ਜਾਂ 2 ਤੋਂ ਵੱਧ ਇਲੈਕਟ੍ਰਿਕ ਸਰਕਿਟਸ ਲੱਗੇ ਹੋਏ ਆ, ਇਲੈਕਟ੍ਰਿਕ ਅਪਲਾਇੰਸਿਸ ਲੱਗੇ ਹੋਏ ਆ, ਤਾਂ ਉਹਨੂੰ ਆਪਾਂ ਕਿਵੇਂ ਸ਼ੋਅ ਕਰਨਾ? ਤਾਂ 2 ਮੈਥਡ ਉਹਨਾਂ ਨੂੰ ਸ਼ੋਅ ਕਰਨ ਦੇ, ਇੱਕ ਹੁੰਦਾ ਸੀਰੀਜ਼ ਇਲੈਕਟ੍ਰਿਕ ਸਰਕਿਟ, ਇੱਕ ਹੁੰਦਾ ਪੈਰਲਲ ਇਲੈਕਟ੍ਰਿਕ ਸਰਕਿਟ। ਸੀਰੀਜ਼ ਤੇ ਪੈਰਲਲ 1 ਬਾਏ 1 ਮੈਂ ਦੱਸਦੀ ਕੀ ਹੁੰਦਾ। ਸੀਰੀਜ਼ ਇਲੈਕਟ੍ਰਿਕ ਸਰਕਿਟ ਕੀ ਹੁੰਦਾ ਹੈ? ਆਲ ਦ ਇਲੈਕਟ੍ਰਿਕ ਅਪਲਾਇੰਸਿਸ ਵਰਕ ਸਾਈਮਲਟੇਨੀਅਸਲੀ। ਪਹਿਲਾਂ ਮੈਂ ਥੋੜੀ ਇੱਕ ਡਾਇਗਰਾਮ ਬਣਾ ਦਿੰਦੀ ਹਾਂ। ਮੰਨ ਲਓ ਮੇਰੇ ਕੋਲ 2 ਬੱਲਬ ਹੈ, ਮੈਂ 2 ਬੱਲਬ ਨੂੰ ਇੱਕੋ ਸਰਕਿਟ ਡਾਇਗਰਾਮ 'ਚ ਸ਼ੋਅ ਕਰਨਾ ਹੈ, ਤਾਂ ਸੀਰੀਜ਼ ਵਿੱਚ ਕਿਵੇਂ ਸ਼ੋਅ ਕਰੂੰਗੀ? ਇੱਕ ਬੱਲਬ ਆ ਰਿਹਾ, ਠੀਕ ਹੈ, ਇੱਕ ਬੱਲਬ ਆ ਰਿਹਾ, ਦੋਨੋਂ ਸੀਰੀਜ਼ ਚਲਾ ਕੇ ਇਕੱਠੇ ਲਾ ਕੇ, ਇੱਥੇ ਸੈੱਲ ਜਾਂ ਬੈਟਰੀ, ਕੋਈ ਕੀ ਹੈ ਸਵਿਚ ਲਗਾਉਣੀ ਲਗਾ ਕੇ, ਆ ਆਪਣੇ ਕੋਲ ਆ ਗਿਆ ਸੀਰੀਜ਼ ਸਰਕਿਟ, ਠੀਕ ਹੈ। ਆਲ ਇਲੈਕਟ੍ਰੀਕਲ ਅਪਲਾਇੰਸਿਸ ਵਰਕ ਸਾਈਮਲਟੇਨੀਅਸਲੀ। ਸਾਈਮਲਟੇਨੀਅਸਲੀ ਮਤਲਬ ਕਿ ਜਦੋਂ ਹੀ ਮੈਂ ਸਵਿਚ ਔਨ ਕੀਤੀ, ਦੋਨੋਂ ਬੱਲਬ ਕੀ ਹੈ ਇਕੱਠੇ ਗਲੋ ਹੋਣੇ ਸ਼ੁਰੂ ਹੋ ਜਾਣਗੇ। ਕਲੀਅਰ? ਦੋਨੋਂ ਬੱਲਬ ਕੀ ਹੈ, ਦੋਨੋਂ ਇਲੈਕਟ੍ਰੀਕਲ ਅਪਲਾਇੰਸਿਸ ਕੀ ਹੈ ਸਾਈਮਲਟੇਨੀਅਸਲੀ ਕੰਮ ਕਰਨਗੇ, ਇੱਕੋ ਵਾਰੀ ਕੰਮ ਕਰਨਗੇ। ਇੱਦਾਂ ਨਹੀਂ ਕਿ ਪਹਿਲਾਂ ਆਹ ਕੰਮ ਕਰੂਗਾ ਅਤੇ ਇਹ ਬੰਦ ਰਹੂਗਾ, ਜੇ ਇਹ ਚੱਲ ਰਿਹਾ ਤਾਂ ਸੈਕਿੰਡ ਵੀ ਨਾਲ ਹੀ ਚੱਲੂਗਾ। ਕਲੀਅਰ? ਇਫ ਵਨ ਆਫ ਦਾ ਅਪਲਾਇੰਸ ਗੋਜ਼ ਆਊਟ ਆਫ ਆਰਡਰ, ਜੇ ਮੰਨ ਲਓ ਕਿਸੇ ਮਤਲਬ ਪ੍ਰੋਬਲਮ ਕਰਕੇ ਫਸਟ ਬੱਲਬ ਨਹੀਂ ਚੱਲਿਆ, ਕੋਈ ਮਤਲਬ ਬ੍ਰੇਕ ਹੋ ਗਈ ਸਰਕਿਟ ਹੈ, ਕੁਛ ਵੀ ਹੈ, ਤਾਂ ਨਾਲ ਦਾ ਵੀ ਬੱਲਬ ਨਹੀਂ ਚੱਲੂਗਾ। ਕਿਸੇ ਵੀ ਭਲਾ ਕੋਈ ਵੀ ਆਪਣੇ ਕੋਲ ਹੋਇਆ ਪ੍ਰੋਬਲਮ ਆਈ, ਉਹਦੇ ਕਰਕੇ ਫਸਟ ਬੱਲਬ ਚੱਲਿਆ ਤਾਂ ਸੈਕਿੰਡ ਵੀ ਨਾਲ ਨਹੀਂ ਚੱਲੂਗਾ, ਠੀਕ ਹੈ। ਡਿਫਰੈਂਟ ਅਪਲਾਇੰਸਿਸ ਸ਼ੇਅਰ ਦਾ ਅਪਲਾਈਡ ਵੋਲਟੇਜ। ਮੰਨ ਲਓ ਜਿੰਨੀ ਵੀ ਵੋਲਟੇਜ ਆਪਾਂ ਦੇ ਰਹੇ ਹਾਂ ਇਸ ਬੱਲਬ ਨੂੰ, ਉਹ ਸੇਮ ਵੋਲਟੇਜ, ਫੋਰ ਐਗਜ਼ਾਮਪਲ ਇਹ ਤਾਂ ਛੋਟੀ ਹੈ ਆਪਣੀ ਸੈੱਲ ਜਾਂ ਬੈਟਰੀ ਛੋਟੀ ਹੈ, ਫੋਰ ਐਗਜ਼ਾਮਪਲ ਮੈਂ 220 ਵੋਲਟੇਜ ਆਪਣੀ ਆ ਰਹੀ ਹੈ, ਤਾਂ ਇਹ 220 ਵੋਲਟੇਜ ਕੀ ਹੈ 2 ਬੱਲਬਸ ਦੇ ਵਿੱਚ ਡਿਵਾਈਡ ਹੋਊਗੀ। ਇੱਦਾਂ ਨਹੀਂ ਹੈ ਕਿ ਸੇਮ 220 ਇਸ ਨੂੰ ਵੀ ਗਿਆ ਸੇਮ ਇਹਨੂੰ ਵੀ ਗਿਆ, ਇੱਦਾਂ ਨਹੀਂ ਗਿਆ। 220 ਨੂੰ ਆਪਾਂ ਡਿਵਾਈਡ ਕਰ ਲਿਆ ਹੁਣ ਦੋਵਾਂ 'ਚ। ਐਕਚੁਅਲੀ ਵੈਸੇ ਇਹਦੇ ਵਿੱਚ ਕੀ ਹੁੰਦਾ, ਜਿਹੜਾ ਪਹਿਲਾ ਵਾਲਾ ਬੱਲਬ ਹੁੰਦਾ ਹੈ ਉਹ ਜ਼ਿਆਦਾ ਬਰਾਈਟਨੈਸ ਨਾਲ ਗਲੋ ਕਰਦਾ ਹੁੰਦਾ ਹੈ, ਜਿਵੇਂ ਜਿਵੇਂ ਆਪਾਂ ਅੱਗੇ ਜਾਂਦੇ ਰਹਿੰਦੇ ਉਵੇਂ ਬੱਲਬ ਦੀ ਜਿਹੜੀ ਬਰਾਈਟਨੈਸ ਆ ਉਹ ਡਿਮ ਹੁੰਦੀ ਜਾਂਦੀ ਹੈ, ਠੀਕ ਹੈ। ਡਿਫਰੈਂਸ ਐਂਡ ਹੈਂਸ ਨਨ ਆਫ ਦਾ ਅਪਲਾਇੰਸ ਵਰਕਡ ਐਟ ਪ੍ਰੋਪਰ ਕੈਪੈਸਿਟੀ। ਕੋਈ ਵੀ ਇੱਥੇ ਪਲਾਂਟ ਨਹੀਂ, ਇੱਥੇ ਅਪਲਾਇੰਸ ਆਊਗਾ। ਕੋਈ ਵੀ ਅਪਲਾਇੰਸ ਕੀ ਹੈ ਪ੍ਰੋਪਰ ਕੈਪੈਸਿਟੀ ਨਾਲ ਨਹੀਂ ਗਲੋ ਕਰਦਾ। ਜੇ 220 ਵੋਲਟੇਜ ਮੈਂ ਦੇ ਰਹੀ ਹਾਂ ਤਾਂ ਦੋਨੇ ਬਲਬ 220 ਵੋਲਟੇਜ ਨਾਲ ਹੀ ਗਲੋ ਕਰਨਗੇ, ਉਹ ਘੱਟ ਵੋਲਟੇਜ ਨਾਲ ਕਰਿਆ ਕਿਉਂਕਿ ਉਹਨੇ ਸ਼ੇਅਰ ਕਰਨੀ ਹੈ। ਜੇ ਮੰਨ ਲਓ ਫੋਰ ਐਗਜ਼ਾਮਪਲ ਮੇਰੇ ਕੋਲ 500 ਰੁਪੀਜ਼ ਹੈ, ਤਾਂ ਮੈਂ 500 ਰੁਪੀਜ਼ ਨੂੰ ਸੀਰੀਜ਼ ਵਿੱਚ ਸਾਰਿਆਂ ਨਾਲ ਸ਼ੇਅਰ ਕਰਨਾ, 4-5 ਜਾਣੇ ਆ, 100 ਆਊਗਾ ਸਾਰਿਆਂ ਨੂੰ, ਤਾਂ ਸ਼ੇਅਰ ਕਰਨਾ ਮੈਂ ਸਾਰਿਆਂ ਨਾਲ, ਤਾਂ ਪ੍ਰੋਪਰ ਮਤਲਬ ਵੋਲਟੇਜ ਨਹੀਂ ਸਾਰਿਆਂ ਨੂੰ ਜਾ ਰਹੀ। ਕਲੀਅਰ? ਇਹ ਡਾਇਗਰਾਮ ਹੈ, ਦੇਖੋ ਬੱਲਬ 1 ਹੈ, ਸੀਰੀਜ਼ ਵਿੱਚ ਬੱਲਬ 2 ਹੈ, ਬੈਟਰੀ ਲਗਾਈ ਹੋਈ ਹੈ, ਕੀ ਹੈ ਸਵਿਚ ਲਗਾਈ ਹੈ। ਇਹ ਫॉर 2 ਬੱਲਬਸ ਹੈ, ਜੇ ਆਪਣੇ ਕੋਲ 2 ਬੱਲਬ ਲੱਗੇ ਹੋਏ ਹੈ, ਜੇ ਆਪਣੇ ਕੋਲ 3 ਬੱਲਬਸ ਹੈ ਤਾਂ ਇੱਦਾਂ ਲਗਾ ਦਿਓ, 4-5 ਜਿੰਨੇ ਵੀ ਲਗਾਉਣੇ ਆ ਸੇਮ ਲੱਗ ਜਾਣਗੇ। ਕਲੀਅਰ? ਅਤੇ ਕਰੰਟ ਸ਼ੋ ਕੀਤਾ ਹੋਇਆ ਪੋਜ਼ੀਟਿਵ ਟੂ ਦਾ ਨੈਗੇਟਿਵ ਟਰਮੀਨਲ। ਸੈਕਿੰਡ ਮੈਥਡ ਹੁੰਦਾ ਆਪਣੇ ਕੋਲ ਪੈਰਲਲ ਇਲੈਕਟ੍ਰਿਕ ਸਰਕਿਟ। ਪੈਰਲਲ ਵਿੱਚ ਪਹਿਲਾਂ ਮੈਂ ਡਾਇਗਰਾਮ ਬਣਾ ਦਿੰਦੀ ਹਾਂ। ਦੇਖੋ ਆਪਣੇ ਕੋਲ ਕੋਈ ਵੀ ਇੱਕ ਬੱਲਬ ਹੈ ਇੱਦਾਂ, ਸੈਕਿੰਡ ਜਿਹੜਾ ਬੱਲਬ ਹੈ ਉਹ ਇੱਦਾਂ ਪੈਰਲਲ ਹੀ ਆਊਗਾ ਇੱਦਾਂ ਕਰਕੇ, ਫਿਰ ਜਿਹੜੀ ਸੈੱਲ ਜਾਂ ਬੈਟਰੀ ਉਹ ਇੱਦਾਂ ਆ ਜੂਗੀ, ਠੀਕ ਹੈ, ਪੋਜ਼ੀਟਿਵ ਅਤੇ ਨੈਗੇਟਿਵ ਚਾਰਜ। ਇਹ ਇੱਦਾਂ ਦੀ ਮਤਲਬ ਸਰਕਿਟ ਡਾਇਗਰਾਮ ਹੁੰਦੀ ਹੈ। ਫਸਟ, ਸੈਕਿੰਡ, ਥਰਡ ਪੈਰਲਲੀ ਸ਼ੋ ਹੁੰਦਾ, ਸੀਰੀਜ਼ ਵਿੱਚ ਨਹੀਂ ਹੁੰਦੇ, ਇਹ ਪੈਰਲਲੀ ਹੁੰਦੇ ਆ, ਠੀਕ ਹੈ। 1 ਬਾਏ 1 ਆਪਾਂ ਰੀਡ ਕਰਦੇ ਹਾਂ। ਆਲ ਦਾ ਇਲੈਕਟ੍ਰਿਕ ਅਪਲਾਇੰਸ ਵਰਕ ਇੰਡੀਪੈਂਡੈਂਟਲੀ। ਇੰਡੀਪੈਂਡੈਂਟਲੀ ਦਾ ਮਤਲਬ ਕੀ ਹੈ ਕਿ ਜੇ 220 ਵੋਲਟੇਜ ਆਪਾਂ ਦੇ ਰਹੇ ਹਾਂ ਸਾਰੇ ਬੱਲਬਸ ਨੂੰ, ਤਾਂ ਇੰਡੀਪੈਂਡੈਂਟਲੀ 220 ਇਹਦੇ ਕੋਲ ਵੀ ਜਾਊਗਾ, ਇਹਦੇ ਕੋਲ ਵੀ ਜਾਊਗਾ, ਨੈਕਸਟ ਕੋਲ ਵੀ ਜਾਊਗਾ, ਤਾਂ ਸਾਰਿਆਂ ਕੋਲ ਇੰਡੀਪੈਂਡੈਂਟਲੀ ਕੰਮ ਕਰ ਰਿਹਾ। ਕਿ ਜੇ ਫਸਟ ਨਹੀਂ ਕੰਮ, ਮੰਨ ਲਓ ਜੇ ਫਸਟ ਕਿਸੇ ਪ੍ਰੋਬਲਮ ਕਰਕੇ ਖਰਾਬ ਹੋ ਗਿਆ ਤਾਂ ਨੋ ਪ੍ਰੋਬਲਮ, ਸੈਕਿੰਡ ਚੱਲਦਾ ਰਹੂਗਾ, ਠੀਕ ਹੈ। ਇਫ ਵਨ ਆਫ ਦਾ ਅਪਲਾਇੰਸ ਗੋਜ਼ ਆਊਟ ਆਫ ਆਰਡਰ, ਜੇ ਫਸਟ ਅਪਲਾਇੰਸ ਪ੍ਰੋਪਰਲੀ ਕੰਮ ਨਹੀਂ ਕਰਦਾ ਪਿਆ, ਕੁਛ ਕੁ ਮਤਲਬ ਵਾਇਰ ਵਗੈਰਾ ਬ੍ਰੇਕ ਹੋ ਗਈ, ਤਾਂ ਅਦਰ ਅਪਲਾਇੰਸ ਕੀ ਆਪਣਾ ਕੰਮ ਪ੍ਰੋਪਰਲੀ ਕਰਦੇ ਰਹਿਣਗੇ। ਸੇਮ ਵੋਲਟੇਜ ਇਜ਼ ਅਵੇਲੇਬਲ ਫॉर ਆਲ ਦਾ ਅਪਲਾਇੰਸਿਸ। ਜਿੰਨੇ ਵੀ ਵੋਲਟੇਜ ਆਪਾਂ ਦੇ ਰਹੇ ਹਾਂ ਸੇਮ ਵੋਲਟੇਜ ਹਰੇਕ ਅਪਲਾਇੰਸ ਕੋਲ ਜਾਣਗੇ, ਇਸ ਕਰਕੇ ਆਪਦੀ ਫੁੱਲ ਕੈਪੈਸਿਟੀ ਦੇ ਵਰਕ ਕਰਦੇ ਆ, ਪੂਰਾ ਮਤਲਬ ਗਲੋ ਕਰਦੇ ਆ। ਅਤੇ ਡੋਮੈਸਟਿਕ ਸਰਕਿਟਸ ਦੇ ਵਿੱਚ ਵੀ, ਆਪਣੇ ਘਰਾਂ ਵਿੱਚ ਵੀ ਆਪਾਂ ਕਿਹੜਾ ਯੂਜ਼ ਕਰਦੇ ਹਾਂ, ਪੈਰਲਲ ਸਰਕਿਟ। ਪੈਰਲਲ ਸਰਕਿਟ ਕਿਉਂ? ਕਿ ਮੰਨ ਲਓ ਜੇ ਆਪਣਾ ਇੱਕ ਬੱਲਬ ਖਰਾਬ ਹੋ ਗਿਆ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਸਾਰੇ ਘਰ ਦੇ ਬੱਲਬ ਖਰਾਬ ਹੋ ਜਾਣਗੇ, ਠੀਕ ਹੈ, ਤਾਂ ਆਪਾਂ ਪੈਰਲਲ ਸਰਕਿਟ ਯੂਜ਼ ਕਰਦੇ ਹਾਂ।
ਜੇ ਆਪਾਂ ਸੀਰੀਜ਼ ਸਰਕਟ ਯੂਜ਼ ਕਰਨਾ ਸ਼ੁਰੂ ਕਰਤਾ ਫਿਰ ਤਾਂ ਇੱਕ ਬੱਲਬ ਗਿਆ ਤਾਂ ਸਾਰਾ ਘਰ ਦਾ ਲਾਈਟ ਆਫ, ਠੀਕ ਹੈ। ਤਾਂ ਇੱਦਾਂ ਨਹੀਂ ਹੁੰਦਾ, ਆਪਾਂ ਡੋਮੈਸਟਿਕ ਸਰਕਟ ਦੇ ਵਿੱਚ ਹਮੇਸ਼ਾ ਪੈਰਲਲ ਲਾਉਂਦੇ ਹਾਂ ਸਾਰੇ ਅਪਲਾਇੰਸ ਨੂੰ।